नमस्कार। खबरां दे इस बुलेटिन च तुहाडा स्वागत। मैं हां परमिंदर कौर। पहला पेश ने ਝੋਟੀਆਂ खबरां। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ 'ਚ ਮੀਟਿੰਗ ਦੌਰਾਨ ਉੱਤਰੀ ਲਦਾਖ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਦੂਜੇ ਗੇੜ ਦੀ ਰਣਨੀਤਿਕ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਪ੍ਰੈਸ ਬਿਆਨ 'ਚ ਜੰਮੂ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ਦਾ ਕਰੜਾ ਵਿਰੋਧ ਕੀਤਾ। सूचना ते प्रसारण मंत्रालय ने मीडिया प्रोडक्शन सनत विच काम मुड़ शुरू करने लई एक विस्तारक स्टैंडर्ड ऑपरेटिंग प्रक्रिया जारी की। भाजपा प्रधान JP नड्डा ने कहा कि भारतीय जनता पार्टी इस बार बिहार चोणां मुख्यमंत्री नीतीश कुमार की अगवाई हेठ लड़ेगी। कांग्रेस वर्किंग कमेटी की अहम मीटिंग भलके हो रही है। भारत च कोविड-19 तो ठीक होने की दर 75% के नेड़े पुजी। BSF ने खालड़ा सैक्टर में वाह तारा से एक सरहदी चौकी हेठ कटियाली तार नाल गेट पार करके खेती करनगे 5 किसानों वालों अपनियां चप्पलों के तलियां च लुको के लियांदी 1 किलो 120 ग्राम हैरोइन जब्त की। मोहाली जिले के गरीबी रेखा तो हेठा रहने वाले परिवारों ने प्रधानमंत्री गरीब कल्याण योजना तहत मुफ्त गैस सिलेंडर तो इलावा होर सहूलतां दिते जाण ते केंद्र सरकार का धन्नवाद किया। ते हुण खबरां विस्तार नाल। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ 'ਚ ਮੀਟਿੰਗ ਦੌਰਾਨ ਉੱਤਰੀ ਲਦਾਖ 'ਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਸਮੀਖਿਆ ਮੀਟਿੰਗ 'ਚ ਉੱਤਰੀ ਲਦਾਖ 'ਚ ਚੀਨ ਨਾਲ ਲੱਗਦੀ ਸਰਹੱਦ ਤੇ ਸਾਰੇ ਪਹਿਲੂਆਂ ਤੇ ਵਿਸਥਾਰਤ ਚਰਚਾ ਕੀਤੀ ਗਈ। ਲਦਾਖ 'ਚ ਚੀਨ ਨਾਲ ਲੱਗਦੀ ਸਰਹੱਦ ਬਾਰੇ ਭਵਿੱਖ ਵਿੱਚ ਨੀਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪਿਛਲੇ 2.5 ਮਹੀਨਿਆਂ 'ਚ ਭਾਰਤ ਤੇ ਚੀਨ ਵਿਚਾਲੇ ਫੌਜੀ ਅਤੇ ਕੂਟਨੀਤਿਕ ਪੱਧਰ ਤੇ ਕਈ ਪੜਾਵਾਂ 'ਚ ਗੱਲਬਾਤ ਹੋ ਚੁੱਕੀ ਹੈ। ਇਸੇ ਹਫ਼ਤੇ ਹੋਈ ਮੀਟਿੰਗ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੋਵੇਂ ਮੁਲਕ ਮੌਜੂਦਾ ਸਮਝੌਤਿਆਂ ਤੇ ਪ੍ਰੋਟੋਕਾਲ ਦੇ ਮੁਤਾਬਿਕ ਤੇਜ਼ੀ ਨਾਲ ਸਾਰੇ ਮਸਲੇ ਸੁਲਝਾਉਣ ਲਈ ਸਹਿਮਤ ਹੋ ਗਏ ਨੇ। ਸਮੀਖਿਆ ਮੀਟਿੰਗ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, COD ਸਟਾਫ ਜਨਰਲ ਬਿਪਿਨ ਰਾਵਤ, ਫੌਜ ਦੇ ਮੁਖੀ ਜਨਰਲ MM ਨਰਵਾਣੇ ਅਤੇ ਥਲ ਸੈਨਾ ਮੁਖੀ ਐਡਮਿਰਲ ਕਰਮਵੀਰ ਸਿੰਘ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ RKS ਭਦੌਰੀਆ ਸ਼ਾਮਿਲ ਹੋਏ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਦੂਜੇ ਗੇੜ ਦੀ ਰਣਨੀਤਿਕ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਪ੍ਰੈਸ ਬਿਆਨ 'ਚ ਜੰਮੂ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ਦਾ ਕਰੜਾ ਵਿਰੋਧ ਕੀਤਾ ਹੈ। ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵਾ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹੈ। ਭਾਰਤ ਉਮੀਦ ਰੱਖਦਾ ਹੈ ਕਿ ਕੋਈ ਵੀ ਬਾਹਰਲੀ ਧਿਰ ਉਸ ਦੇ ਅੰਦਰੂਨੀ ਮਾਮਲਿਆਂ 'ਚ ਦਖਲ-ਅੰਦਾਜ਼ੀ ਨਾ ਕਰੇ। ਉਨ੍ਹਾਂ ਕਿਹਾ ਕਿ ਭਾਰਤ ਚੀਨ ਪਾਕਿਸਤਾਨ ਆਰਥਿਕ ਲਾਂਘੇ ਬਾਰੇ ਆਪਣੀ ਸਥਿਤੀ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਹਿੱਸੇ 'ਚੋਂ ਹੋ ਕੇ ਲੰਘਣ ਵਾਲੇ ਇਸ ਪ੍ਰੋਜੈਕਟ ਨਾਲ ਜੁੜੀਆਂ ਚਿੰਤਾਵਾਂ ਨੂੰ ਚੀਨ ਅਤੇ ਪਾਕਿਸਤਾਨ ਦੋਹਾਂ ਨੂੰ ਹੀ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰਨਾਂ ਦੇਸ਼ਾਂ ਦੀਆਂ ਨੀਤੀਆਂ ਦਾ ਕਰੜਾ ਵਿਰੋਧ ਕਰਦਾ ਹੈ ਅਤੇ ਅਜਿਹੀ ਇੱਛਾ ਰੱਖਦਾ ਹੈ ਕਿ ਸੰਬੰਧਿਤ ਮੁਲਕ ਇਸ ਤਰ੍ਹਾਂ ਦੀ ਕਾਰਵਾਈ ਤੋਂ ਗੁਰੇਜ਼ ਕਰਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਚੀਨ ਨਾਲ ਦੁਵੱਲੇ ਵਪਾਰ ਨੂੰ ਰੋਕ ਸਕਦਾ ਹੈ ਤੇ ਚੀਨ ਨਾਲ ਆਪਣੀ ਆਰਥਿਕ ਸਾਂਝੇਦਾਰੀ ਨੂੰ ਵੀ ਘਟਾ ਸਕਦਾ ਹੈ। ਇੱਕ TV ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਚੀਨ ਦੇ ਨਾਲ ਵਪਾਰ ਕਰਨ ਦੀ ਕੋਈ ਲੋੜ ਨਹੀਂ ਹੈ। ਚੀਨ ਤੋਂ ਅਮਰੀਕੀ ਅਰਥਚਾਰੇ ਨੂੰ ਵੱਖਰਾ ਕਰਨ ਸੰਬੰਧੀ ਇੱਕ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਜੇ ਚੀਨ ਅਮਰੀਕਾ ਨਾਲ ਇਮਾਨਦਾਰੀ ਨਾਲ ਵਪਾਰ ਨਹੀਂ ਕਰਦਾ ਤਾਂ ਅਜਿਹਾ ਹੋਣਾ ਨਿਰਧਾਰਿਤ ਹੈ। ਜੂਨ ਮਹੀਨੇ 'ਚ ਅਮਰੀਕੀ ਖਜ਼ਾਨਾ ਮੰਤਰੀ ਸਟੀਵਨ ਮੈਨਚੂਨ ਨੇ ਕਿਹਾ ਸੀ ਕਿ ਅਮਰੀਕਾ ਤੇ ਚੀਨੀ ਅਰਥਚਾਰਿਆਂ ਦੇ ਇੱਕ ਦੂਜੇ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮੁੜ ਵਿਚਾਰ ਕੀਤਾ ਜਾਵੇਗਾ। ਜੇ ਅਮਰੀਕੀ ਕੰਪਨੀਆਂ ਨੂੰ ਚੀਨੀ ਅਰਥਚਾਰੇ 'ਚ ਢੁਕਵਾਂ ਤੇ ਬਰਾਬਰੀ ਵਾਲਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਅਮਰੀਕਾ ਚੀਨ ਨਾਲ ਆਪਣਾ ਵਪਾਰ ਘਟਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਜਨਵਰੀ 'ਚ ਚੀਨ ਨਾਲ ਮੁੜ ਤੋਂ ਹੋਣ ਵਾਲੇ ਵਪਾਰ ਸਮਝੌਤੇ 'ਚ ਕਿਸੇ ਸਹਿਮਤੀ ਤੇ ਪੁੱਜਣ ਤੋਂ ਪਹਿਲਾਂ ਚੀਨ ਸਾਹਮਣੇ ਕਈ ਸ਼ਰਤਾਂ ਰੱਖੀਆਂ ਸਨ। ਮਗਰੋਂ ਦੂਜੇ ਗੇੜ ਦੀ ਗੱਲਬਾਤ ਤੋਂ ਪਹਿਲਾਂ ਅਮਰੀਕਾ ਇਹ ਕਹਿੰਦਿਆਂ ਪਿੱਛੇ ਹੋ ਗਿਆ ਸੀ ਕਿ ਚੀਨ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਤਰੀਕਿਆਂ ਤੋਂ ਉਹ ਨਾਖੁਸ਼ ਹੈ। ਅਮਰੀਕਾ ਨੇ ਇਸ ਗੱਲ ਤੇ ਵੀ ਇਤਰਾਜ਼ ਜਤਾਇਆ ਸੀ ਕਿ ਚੀਨ ਵੱਲੋਂ ਇਸ ਮਹਾਮਾਰੀ ਬਾਰੇ ਲੋੜੀਂਦੀਆਂ ਜਾਣਕਾਰੀਆਂ ਵੇਲੇ ਸਿਰ ਸਾਂਝੀਆਂ ਨਹੀਂ ਕੀਤੀਆਂ ਗਈਆਂ ਸਨ। ਇਸੇ ਦੌਰਾਨ ਰਾਸ਼ਟਰਪਤੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਮੂਲ ਦੇ ਅਮਰੀਕੀ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਿੰਗ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਡੋਨਾਲਡ ਟਰੰਪ ਦੀ ਚੋਣ ਟੀਮ ਨੇ 107 ਸਕਿੰਟ ਦਾ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਹੈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਵੀ ਕੁਝ ਅੰਸ਼ ਸ਼ਾਮਿਲ ਨੇ। ਇਸ ਵੀਡੀਓ 'ਚ ਅਹਿਮਦਾਬਾਦ 'ਚ ਮੋਦੀ ਅਤੇ ਟਰੰਪ ਵੱਲੋਂ ਦਿੱਤੇ ਗਏ ਭਾਸ਼ਣ ਨੂੰ ਦਿਖਾਇਆ ਗਿਆ ਹੈ। ਵੀਡੀਓ ਦਾ ਸਿਰਲੇਖ ਹੈ 4 more years
ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਫਰਵਰੀ 'ਚ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਭਾਸ਼ਣ ਦਿੱਤਾ ਸੀ, ਜਿਸ 'ਚ ਵੱਡੀ ਗਿਣਤੀ 'ਚ ਆਮ ਲੋਕ ਪੁੱਜੇ ਸਨ। ਅਮਰੀਕਾ 'ਚ ਇਸੇ ਸਾਲ ਨਵੰਬਰ ਮਹੀਨੇ 'ਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਨੇ। ਇਸ ਵੀਡੀਓ ਨੂੰ ਟਵਿੱਟਰ 'ਚ ਸਾਂਝਾ ਕਰਦਿਆਂ ਟਰੰਪ ਦੀ ਚੋਣ ਟੀਮ ਦੇ ਇੱਕ ਮੈਂਬਰ ਨੇ ਲਿਖਿਆ ਕਿ ਅਮਰੀਕਾ ਦਾ ਭਾਰਤ ਦੇ ਨਾਲ ਗੂੜਾ ਰਿਸ਼ਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਟਰੰਪ ਦੇ ਪ੍ਰਚਾਰ ਨੂੰ ਭਾਰਤੀ ਮੂਲ ਦੇ ਅਮਰੀਕੀ ਵਡਮੁੱਲਾ ਸਮਰਥਨ ਦੇ ਰਹੇ ਨੇ। सूचना ते प्रसारण मंत्रालय ने मीडिया प्रोडक्शन सनत विच काम मुड़ शुरू करने लई एक विस्तारक स्टैंडर्ड ऑपरेटिंग प्रक्रिया जारी की है। SOP 'ਚ शूटिंग वालियां थावां ते होर काम करन वालियां थावां ते लोड़ींदी समाजिक दूरी नूं यकीनी बनाउण दी हदायत दित्ती गई है। इस दे नाल-नाल आस-पास दीयां थावां ते स्वच्छता बरकरार रखण, भीड़ प्रबंधन ਅਤੇ सुरक्षा उपकरणा वर्गे प्रबंध लाजमी ने। शूटिंग वालियां थावां, रिकॉर्डिंग स्टूडियो ते एडिटिंग वाले कमरे 'ਚ 6 फुट ਦੀ समाजिक दूरी होनी चाहिए है। इस तो इलावा शूटिंग दौरान कैमरामैन ਵੱਲੋਂ रिकॉर्डिंग मौके लोड़ींदी दूरी बना के रखण ਦੀ हदायत दित्ती गई है। शूटिंग दौरान घट्टो घट्ट स्टाफ होना चाहिए है। इस तो इलावा दर्शकों ते आम लोगों नूं सैटां ते आउण दी आग्या नहीं होवेगी। बाहरी शूटिंग दौरान दर्शकों के प्रबंधन की जिम्मेवारी प्रशासनिक अधिकारियों ते प्रबंधकों नाल तालमेल राही करनी लाजमी होवेगी। वक्खो वखरियां प्रोडक्शन इकाइयां लई स्टूडियो ते कई सैटां वाले स्टूडियो 'ਚ आउण जाण ते काम करन दा वक्खो वखरा टाइम लाजमी होवेगा। शूटिंग वाली थां ते दाखला गेट ਅਤੇ बाहर जाण वालियां थावां लई वक्खो वखरे दरवाजे होने चाहिए ने। सैटां, मेकअप रूम, वैनिटी वैनां ते पखानियां नूं लगातार सैनिटाइज करना लाजमी बनाया जाना चाहिए है। SOP 'ਚ घट्टो घट्ट संपर्क रखण दी हदायत दित्ती गई है। प्रोडक्शन दौरान सांझे उपकरणों की संभाल करने वालिਆਂ ਲਈ दस्ताने पाउणा लाजमी होवेगा। लैपल मिक्स तो परहेज़ किया जाना चाहिए तो उसनूं किसी नाल साझा नहीं किया जाना चाहिए। वधेरे खतरे वाले कर्मचारियों नूं ज़्यादा चौकसी वरतनी चाहिए है। तरजीही तौर पर लोगों नाल संपर्क की जरूरत वालिਆਂ ਨੂੰ फ्रंट लाइन ਕੰਮਾਂ 'ਚ सामने नहीं आउणा चाहिए। जनतक ਅਤੇ ਕੰਮ ਵਾਲੀਆਂ ਥਾਵਾਂ ਤੇ फेस मास्क की वरतों लाजमी होवेगी ਤੇ कई बार हथ धोने चाहिए ने। दाखला गेटां ते काम वालियां थावां ते हत्थां नूं सैनिटाइज करन दी व्यवस्था होनी चाहिए है। थुक्कण ते सख्ती नाल पाबंदी होनी चाहिए है। उप राष्ट्रपति M ਵੈਂਕਈਆ ਨਾਇਡੂ ने औरतों के सशक्तिकरण लिए एक कौमी अंदोलन शुरू करने का सद्दा दिता है। उन्होंने सबना नूं यह यकीनी बनाने का सद्दा दिता है कि कोई भी बालड़ी स्कूल जाने तो वांझी ना रहे। देश 'ਚ चल रही फ्लैगशिप स्कीम बेटी बचाओ बेटी पढ़ाओ का जिक्र करदਿਆਂ उन्होंने कहा कि इस उपराले का समाज 'ਚ एक सार्थक असर देखने को मिले है। नायडू ने कहा कि समाज की सोच में बदलाव लियाउण लई अजे कई होर उपराले किए जाने जरूरी ने। एक फेसबुक पोस्ट भेदभाव खत्म करो औरतों नूं सशक्त बनाओ च उन्होंने लिखा है कि भारत की 50% आबादी औरतों पर आधारित है। देश सही अर्थां 'ਚ उदों तक तरक्की नहीं कर सकता जदों तक औरतों नूं सारे खेतरां 'ਚ बराबरी के मौके नहीं मुहैया करवाए जाते, जिन्हां 'ਚ सियासी खेतर भी शामिल है। उन्होंने सारियां सियासी पार्टियों नूं इस गल ते सहमति बनाउण दी सलाह दी है कि औरतों नूं संसद ते सूबा विधान सभावां 'ਚ ढुकवां राखवां करन दिता जाए। उप राष्ट्रपति ने कहा कि औरतों नूं आर्थिक पक्षों मजबूत बनाउण लई जरूरी है कि उन्हां नूं जद्दी जायदाद विच भी बराबरी का हिस्सा दिता जाए। भारतीय जनता पार्टी के कौमी प्रधान JP नड्डा ने कहा कि उन्होंने पार्टी इस साल अक्तूबर-नवंबर 'ਚ होने वाली बिहार विधानसभा चोणां सूबे के मुख्य मंत्री नीतीश कुमार की अगवाई हेठ लड़ेगी। भाजपा की बिहार वर्किंग कमेटी की वर्चुअल मीटिंग में संबोधन करदਿਆਂ नड्डा ने कहा कि भाजपा JDU ਅਤੇ LJP की सांझ कायम है तो कौमी जमहूरी गठजोड़ तहत लड़ियां जाने वाली बिहार चोणां 'ਚ यह गठजोड़ निश्चित ही जित हासिल करेगा। उन्होंने कहा कि विरोधी पार्टियों को ना तो कोई विचारधारा है तो ना ही कोई दूरदृष्टि है। भाजपा प्रधान ने कहा कि विरोधी पार्टियां 'ਚ लोगों की सेवा की भावना नहीं है तो ये पार्टियां सौड़ी सियासत तो उपर नहीं उठ सकदियां। JP नड्डा ने बिहार 'ਚ कोरोना वायरस तो ठीक होने की दर 73.48% तक पहुंचने ते खुशी जाहिर की और सूबा सरकार नूं कोरोना वायरस ते काबू पाउण लई कीते जा रहे यत्नां लई वधाई दित्ती। कांग्रेस पार्टी दीयां नीतियां कढ़न वाली कांग्रेस वर्किंग कमेटी की भलके एक अहम मीटिंग हो रही है। पार्टी के कौमी जनरल सकत्तर KC वेणुगोपाल ने ट्वीट राही ये जानकारी दिंदਿਆਂ दस्सिਆ कि CWC की यह मीटिंग भलके 11 बजे वीडियो कानफ्रेंसिंग राही होवेगी। इस मीटिंग दौरान देश के मौजूदा सियासी माहौल, देश की सुरक्षा नाल जुड़े मुद्दों ते कांग्रेस पार्टी की लीडरशिप बारे विचार चर्चा की जाएगी। एक होर सीनियर कांग्रेसी आगू ने कहा कि इस मीटिंग का कोई विशेष एजेंडा नहीं है। कांग्रेस प्रधान सोनिया गांधी
ਗਾਂਧੀ ਬਾਰੇ ਪਾਰਟੀ ਦੇ 23 ਸੀਨੀਅਰ ਆਗੂਆਂ ਦੇ ਹਸਤਾਖਰਾਂ ਵਾਲੀ ਇੱਕ ਚਿੱਠੀ ਜਿਸ 'ਚ ਪਾਰਟੀ ਲੀਡਰਸ਼ਿਪ ਨੂੰ ਬਦਲਣ ਦੀ ਗੱਲ ਕਹੀ ਗਈ ਹੈ ਬਾਰੇ ਵੱਖੋ ਵੱਖਰੀਆਂ ਚਰਚਾਵਾਂ ਹੋ ਰਹੀਆਂ ਨੇ। ਕੁਝ ਆਗੂਆਂ ਦਾ ਮੰਨਣਾ ਹੈ ਕਿ ਇਹ ਇੱਕ ਫਰਜ਼ੀ ਚਿੱਠੀ ਹੈ। ਹਾਲਾਂਕਿ ਪਿਛਲੇ ਲੰਬੇ ਅਰਸੇ ਤੋਂ ਪਾਰਟੀ ਦੇ ਜ਼ਿਆਦਾਤਰ ਆਗੂ ਕਾਂਗਰਸ ਦੀ ਅਗਵਾਈ ਮੁੜ ਰਾਹੁਲ ਗਾਂਧੀ ਨੂੰ ਸੌਂਪਣ ਦੀ ਗੱਲ ਆਖ ਰਹੇ ਨੇ। 2019 ਦੀਆਂ ਆਮ ਚੋਣਾਂ 'ਚ ਹੋਈ ਪਾਰਟੀ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਮਗਰੋਂ ਉਹਨਾਂ ਦੀ ਮਾਤਾ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਮੁੜ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਸੀ। ਇੱਕ ਵਾਰ ਫੇਰ ਤੋਂ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਨੇ। ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਸਮੇਤ ਕਈ ਆਗੂਆਂ ਦਾ ਆਖਣਾ ਹੈ ਕਿ ਉਹਨਾਂ ਵੱਲੋਂ ਪਾਰਟੀ ਪਲੇਟਫਾਰਮ ਤੇ ਰਾਹੁਲ ਗਾਂਧੀ ਨੂੰ ਮੁੜ ਤੋਂ ਪ੍ਰਧਾਨ ਬਣਾਉਣ ਦੀ ਗੱਲ ਚੁੱਕੀ ਜਾ ਰਹੀ ਹੈ। ਦੇਸ਼ 'ਚ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 'ਚ ਲਗਾਤਾਰ ਸੁਧਾਰ ਜਾਰੀ ਹੈ ਤੇ ਦਰ ਹੁਣ ਵੱਧ ਕੇ 74.90% ਤੱਕ ਪੁੱਜ ਗਈ ਹੈ। ਬੀਤੇ 24 ਘੰਟਿਆਂ ਦੌਰਾਨ 57,999 ਕਰੋਨਾ ਮਰੀਜ਼ਾਂ ਨੂੰ ਸਿਹਤਯਾਬ ਐਲਾਨਿਆ ਗਿਆ। ਦੇਸ਼ 'ਚ ਹੁਣ ਤੱਕ 22,80,566 ਮਰੀਜ਼ ਕਰੋਨਾ ਤੋਂ ਸਿਹਤਯਾਬ ਹੋ ਚੁੱਕੇ ਨੇ। ਇਸ ਵੇਲੇ ਦੇਸ਼ 'ਚ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 7,07,668 ਰਹਿ ਗਈ ਹੈ। ਕੋਵਿਡ ਦੀ ਪੁਸ਼ਟੀ ਵਾਲੇ ਐਕਟਿਵ ਮਾਮਲਿਆਂ ਦੀ ਦਰ ਘਟ ਕੇ 23.24% ਰਹਿ ਗਈ ਹੈ। ਬੀਤੇ ਦਿਨੀ ਭਾਰਤ ਵਿੱਚ 69,239 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ, ਜਿਸ ਮਗਰੋਂ ਦੇਸ਼ 'ਚ ਕਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 30,44,940 ਤੱਕ ਪਹੁੰਚ ਗਈ ਹੈ। ਬੀਤੇ ਦਿਨ ਦੇਸ਼ ਵਿੱਚ ਕਰੋਨਾ ਵਾਇਰਸ ਕਾਰਨ 912 ਮੌਤਾਂ ਹੋਈਆਂ। ਹੁਣ ਤੱਕ ਇਸ ਮਹਾਮਾਰੀ ਕਾਰਨ 56,706 ਮਰੀਜ਼ਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ। ਦੇਸ਼ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਦਰ ਘਟ ਕੇ 1.86% ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ 8,01,147 ਸੈਂਪਲਾਂ ਦੀ ਕਰੋਨਾ ਜਾਂਚ ਕੀਤੀ ਗਈ। ਸਿਹਤ ਮੰਤਰਾਲੇ ਦਾ ਮੰਨਣਾ ਹੈ ਕਿ ਕਰੋਨਾ ਦੀ ਛੇਤੀ ਪੁਸ਼ਟੀ ਅਤੇ ਟੈਸਟਿੰਗ ਨਾਲ ਪੀੜਿਤ ਨੂੰ ਵੇਲੇ ਸਿਰ ਦਿੱਤੀ ਜਾਣ ਵਾਲੀ ਇਲਾਜ ਦੀ ਸਹੂਲਤ ਅਤੇ ਇਕਾਂਤਵਾਸ ਦੇ ਚਲਦਿਆਂ ਸਿਹਤਯਾਬ ਹੋਣ ਵਾਲਿਆਂ ਦੀ ਦਰ 'ਚ ਪਿਛਲੇ 21 ਦਿਨਾਂ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਤਰਨਤਾਰਨ ਜ਼ਿਲ੍ਹੇ ਦੇ ਅਮਰਕੋਟ ਨੇੜੇ ਖਾਲੜਾ ਸੈਕਟਰ ਤਹਿਤ ਪੈਂਦੀ ਸਰਹੱਦੀ ਚੌਕੀ ਵਾਹਤਾਰਾ ਸਿੰਘ ਹੇਠ ਕੰਡਿਆਲੀ ਤਾਰ ਦਾ ਗੇਟ ਪਾਰ ਕਰਕੇ ਖੇਤੀ ਕਰਨ ਗਏ 5 ਕਿਸਾਨਾਂ ਵੱਲੋਂ ਆਪਣੀਆਂ ਚੱਪਲਾਂ ਦੇ ਤਲਿਆਂ 'ਚ ਲੁਕੋ ਕੇ ਲਿਆਂਦੀ ਗਈ 1 ਕਿਲੋ 120 ਗ੍ਰਾਮ ਹੈਰੋਇਨ ਜ਼ਬਤ ਕਰਨ 'ਚ BSF ਨੇ ਸਫਲਤਾ ਹਾਸਲ ਕੀਤੀ ਹੈ। ਪ੍ਰਸਾਰ ਭਾਰਤੀ ਦੇ ਤਰਨਤਾਰਨ ਸਥਿਤ ਨੁਮਾਇੰਦੇ ਨੇ ਦੱਸਿਆ ਕਿ ਮੌਕੇ ਤੇ ਇਨ੍ਹਾਂ 5 ਕਿਸਾਨਾਂ ਨੂੰ ਫੜ ਲਿਆ ਗਿਆ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 5 ਕਰੋੜ 60 ਲੱਖ ਰੁਪਏ ਦੱਸੀ ਜਾ ਰਹੀ ਹੈ। ਉੱਘੇ ਸਿੱਖਿਆ ਵਿਦਵਾਨ ਪ੍ਰੋਫੈਸਰ ਅਗਵਿੰਦਰ ਪ੍ਰਸਾਦ ਤਿਵਾੜੀ ਨੇ ਬਠਿੰਡਾ ਸਥਿਤ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਤੀਜੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਹੈ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਪ੍ਰੋਫੈਸਰ RP ਤਿਵਾੜੀ ਨੂੰ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ। ਪ੍ਰੋਫੈਸਰ ਤਿਵਾੜੀ ਦੀ ਨਿਯੁਕਤੀ 5 ਸਾਲ ਲਈ ਜਾਂ 70 ਸਾਲ ਦੀ ਉਮਰ ਤੱਕ ਕੀਤੀ ਗਈ ਹੈ। ਪ੍ਰੋਫੈਸਰ RK ਤਿਵਾੜੀ ਨੇ ਉਪ ਕੁਲਪਤੀ ਵਜੋਂ ਪ੍ਰੋਫੈਸਰ RK ਕੋਹਲੀ ਦੀ ਥਾਂ ਲਈ ਹੈ। ਪ੍ਰੋਫੈਸਰ RP ਤਿਵਾੜੀ ਕੋਲ 36 ਸਾਲਾਂ ਤੋਂ ਵੱਧ ਦਾ ਸਿੱਖਿਆ ਅਤੇ ਪ੍ਰਸ਼ਾਸਨਿਕ ਖੇਤਰ ਦਾ ਪ੍ਰਭਾਵਸ਼ਾਲੀ ਤਜਰਬਾ ਹੈ। ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਹਰੀ ਸਿੰਘ ਗੌਰ ਵਿਸ਼ਵ ਵਿਦਿਆਲਾ ਸਾਗਰ ਦੇ ਵਾਈਸ ਚਾਂਸਲਰ ਵਜੋਂ ਕੰਮ ਕਰ ਰਹੇ ਸਨ। ਉਹ ਮਿਜ਼ੋਰਮ ਯੂਨੀਵਰਸਿਟੀ 'ਚ ਡੀਨ, ਸਕੂਲ ਆਫ ਅਰਥ ਸਾਇੰਸਿਜ਼ ਅਤੇ ਕੁਦਰਤੀ ਸਰੋਤ ਵਿਗਿਆਨ ਅਤੇ ਜਿਓਲੋਜੀ ਵਿਭਾਗ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ। ਪ੍ਰੋਫੈਸਰ ਤਿਵਾੜੀ ਨੇ ਗੁਹਾਟੀ ਯੂਨੀਵਰਸਿਟੀ ਤੋਂ ਜਿਓਲੋਜੀ 'ਚ PhD ਕੀਤੀ। ਉਹਨਾਂ ਨੂੰ ਧਰਤ ਵਿਗਿਆਨ ਦੇ ਖੇਤਰ ਵਿੱਚ ਮੁਹਾਰਤ ਹਾਸਲ ਹੈ। ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਅਤੇ ਉਸ ਤੋਂ ਬਾਅਦ ਆਈ ਮੰਦੀ ਦਾ ਦੇਸ਼ ਦੇ ਗਰੀਬ ਵਰਗ ਤੇ ਜ਼ਿਆਦਾ ਅਸਰ ਹੋਇਆ ਹੈ, ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਗਰੀਬ ਵਰਗ ਦੀ ਮਦਦ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਲਿਆਂਦੀ ਗਈ। ਇਸ ਯੋਜਨਾ ਤਹਿਤ ਗਰੀਬਾਂ, ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਦੀ ਵੱਖ-ਵੱਖ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ, ਜਿਸ ਨਾਲ ਕੋਰੋਨਾ ਦੇ ਇਸ ਦੌਰ 'ਚ ਉਹਨਾਂ ਦਾ ਜੀਵਨ ਸੁਖਾਲਾ ਹੋਇਆ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਗਰੀਬਾਂ ਨੂੰ ਮੁਫਤ ਰਸੋਈ ਗੈਸ ਸਿਲੰਡਰ ਦਿੱਤੇ ਗਏ। ਮੋਹਾਲੀ ਜ਼ਿਲ੍ਹੇ ਦੇ ਚੋਲਟਾ ਕਲਾ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਮੁਫਤ ਗੈਸ ਸਿਲੰਡਰ ਦਿੱਤੇ ਜਾਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਮੁਫਤ ਸਿਲੰਡਰ ਤੋਂ ਇਲਾਵਾ ਉਹਨਾਂ ਨੂੰ ਜਨ ਧਨ ਖਾਤਿਆਂ ਵਿੱਚ 1500 ਰੁਪਏ ਮਿਲ ਚੁੱਕੇ ਨੇ। ਲੋਕਾਂ ਨੇ ਫ੍ਰੀ ਰਾਸ਼ਨ ਲਈ ਵੀ ਸਰਕਾਰ ਦਾ ਧੰਨਵਾਦ ਕੀਤਾ। उज्ज्वला स्कीम 2 सिलेंडर फ्री मिल रहे। मोदी साहब का सच्ची अपनी रोटी बना के खा रहे थे, अनाज भी मिल रहा। सरकार का पूरा साथ दे रहे कोरोना की लड़ाई में। 1 सिलेंडर सानू और मिलना चाहिए। पता लगे मोदी जी का बहुत धन्यवाद। 3 सिलेंडर ਦਿੱਤੇ ਇਹਨਾਂ ਨੇ ਤੇ ਕਰੋਨਾ ਵਿੱਚ ਕੰਮ ਕਰ ਰਹੇ ਨੇ, ਜੀ ਬੱਕਰੇ ਸਹਾਰਾ ਦੀ ਜਿਉ ਰਹੇ ਕੰਮਕਾਰ ਕਰ ਰਹੇ। ਮੋਦੀ ਜੀ ਦਾ ਬਹੁਤ ਧੰਨਵਾਦ। ਇਹਨਾਂ ਨੇ ਪੈਸੇ ਪਾਏ 500 रुपये पैसे लिए बहुत धन्यवाद है। मोदी जी का अनाज भी आ रहा है, 5 किलो दाल भी आ रही है। बहुत धन्यवाद उन्होंने। ਸਾਨੂੰ 3 सिलेंडर जी लॉकडाउन 'ਚ फ्री मिले। ਦੋਵਾਂ ਦੇ ਪੈਸੇ ਮਿਲ ਗਏ ਜੀ, ਇੱਕ ਦੇ ਸਾਨੂੰ ਮਿਲੇ ਨਹੀਂ। ਠੀਕ ਹੈ ਜੀ। ਸਾਨੂੰ 500 ਰੁਪਏ ਵੀ ਮੈਨੂੰ 2 ਵਾਰ ਆਇਆ ਜੀ। ਮੈਂ ਬਹੁਤ ਸ਼ੁਕਰੀਆ ਕਰਦੀ ਸਰਕਾਰ ਦਾ।
उजमा सिलेंडर मिले वे 3 फ्री 1500 रुपये ਉਹ ਵੀ ਆਇਆ ਜੀ ਖਾਤੇ ਮਾ 500 ਅਨਾਜ ਵੀ ਮਿਲ ਲਿਆ ਜੀ। ਮੋਦੀ ਦਾ ਧੰਨਵਾਦ ਜੀ। ਸਾਨੂੰ ਹੁਣ ਹੋਰ ਮਿਲਣਾ ਚਾਹੀਦਾ ਸੀ, ਆਪ ਘਰਾਂ ਬੈਠੇ ਆ। ਸਾਨੂੰ ਬਹੁਤ ਮਦਦ ਰਹੀ ਜੀ ਇਹਦੀ, ਗੈਸ ਦੀ, ਹਰ ਅਨਾਜ ਦੀ। ਘਰ ਬੈਠ ਕੇ ਅਸੀਂ ਰੋਟੀ ਬਣਾ ਲੈਂਦੇ ਆ। ਬਾਕੀ ਧੰਨਵਾਦ ਆ। ਬਾਕੀ ਹੁਣ ਦੁਬਾਰਾ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।